ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੋਨੀਆ ਆਪਣੇ YouTube ਚੈਨਲ ਗਿਆਨ ਗੁਰਮੁਖੀ ਰਾਹੀਂ ਤੁਹਾਡੇ ਨਾਲ ਪੰਜਾਬੀ ਭਾਸ਼ਾ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੀ ਹਾਂ। ਦੋਸਤੋ, ਪੰਜਾਬੀ ਬੋਲੀ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਸਕੀਏ, ਇਸ ਲਈ ਅੱਜ ਇਸ ਵੀਡੀਓ ਵਿੱਚ ਅਸੀਂ ਸਭ ਤੋਂ ਪਹਿਲਾਂ ਭਾਸ਼ਾ ਜਾਂ ਬੋਲੀ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਆਓ ਸ਼ੁਰੂ ਕਰੀਏ। ਭਾਸ਼ਾ ਜਾਂ ਬੋਲੀ। ਭਾਸ਼ਾ ਜਾਂ ਬੋਲੀ ਮਨ ਦੇ ਭਾਵਾਂ ਜਾਂ ਵਿਚਾਰਾਂ ਨੂੰ ਦੂਸਰਿਆਂ ਨਾਲ ਸਾਂਝੇ ਕਰਨ ਦਾ ਸਾਧਨ। ਸਮਾਜ ਵਿੱਚ ਵਿਚਰਦਿਆਂ ਮਨੁੱਖ ਦੂਜੇ ਮਨੁੱਖਾਂ ਨਾਲ ਆਪਣੇ ਮਨ ਦੇ ਹਾਵਾਂ ਭਾਵਾਂ ਅਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦਾ ਰਹਿੰਦਾ ਹੈ। ਵਿਚਾਰਾਂ ਦੇ ਆਦਾਨ ਪ੍ਰਦਾਨ ਦੀ ਪ੍ਰਕਿਰਿਆ ਭਾਸ਼ਾ ਰਾਹੀਂ ਹੁੰਦੀ ਹੈ। ਇਸ ਤਰ੍ਹਾਂ ਭਾਸ਼ਾ ਸੰਚਾਰ ਦਾ ਇੱਕ ਸਾਧਨ ਹੈ। ਅਸੀਂ ਕਹਿ ਸਕਦੇ ਹਾਂ, ਭਾਸ਼ਾ ਜਾਂ ਬੋਲੀ ਉਹ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵਾਂ ਅਤੇ ਵਿਚਾਰਾਂ ਨੂੰ ਦੂਸਰਿਆਂ ਨਾਲ ਸਾਂਝਾ ਕਰਦੇ ਹਾਂ। ਮੁੱਖ ਤੌਰ 'ਤੇ ਭਾਸ਼ਾ ਦੀਆਂ ਦੋ ਕਿਸਮਾਂ ਹਨ, ਬੋਲਚਾਲ ਦੀ ਭਾਸ਼ਾ ਅਤੇ ਦੂਜੀ ਲਿਖਤ ਭਾਸ਼ਾ। ਬੋਲਚਾਲ ਦੀ ਬੋਲੀ ਜਾਂ ਭਾਸ਼ਾ। ਬੋਲਚਾਲ ਦੀ ਬੋਲੀ ਨੂੰ ਮੌਖਿਕ ਭਾਸ਼ਾ ਜਾਂ ਬੋਲੀ ਵੀ ਕਹਿੰਦੇ ਹਨ। ਬੋਲੀ ਦੇ ਇਸ ਰੂਪ ਵਿੱਚ ਅਸੀਂ ਆਪਣੀ ਗੱਲ ਦੂਸਰੇ ਵਿਅਕਤੀ ਤੱਕ ਬੋਲ ਕੇ ਪਹੁੰਚਾਉਂਦੇ ਹਾਂ। ਦੂਸਰਾ ਵਿਅਕਤੀ ਸੁਣ ਕੇ ਉਹ ਗੱਲ ਸਮਝ ਜਾਂਦਾ ਹੈ। ਇਸ ਨੂੰ ਬੋਲਚਾਲ ਦੀ ਭਾਸ਼ਾ ਜਾਂ ਬੋਲੀ ਕਿਹਾ ਜਾਂਦਾ ਹੈ। ਲਿਖਤੀ ਬੋਲੀ। ਭਾਸ਼ਾ ਜਾਂ ਬੋਲੀ ਦਾ ਉਹ ਰੂਪ ਜਿਸ ਵਿੱਚ ਲਿਖ ਕੇ ਕੁਝ ਦੱਸਿਆ ਜਾਵੇ ਅਤੇ ਪੜ੍ਹ ਕੇ ਉਸਨੂੰ ਸਮਝਿਆ ਜਾਵੇ, ਲਿਖਤੀ ਬੋਲੀ ਅਖਵਾਉਂਦੀ ਹੈ। ਇਸ ਤਰ੍ਹਾਂ ਅਸੀਂ ਬੋਲ ਕੇ ਜਾਂ ਲਿਖ ਕੇ ਆਪਣੇ ਮਨ ਦੇ ਭਾਵਾਂ ਦਾ ਸੰਚਾਰ ਕਰ ਸਕਦੇ ਹਾਂ। ਇਸ ਤੋਂ ਬਾਅਦ ਅੱਗੇ ਅਸੀਂ ਭਾਸ਼ਾ ਦੇ ਰੂਪਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਦੇਖਦੇ ਹਾਂ ਕਿ ਭਾਸ਼ਾ ਜਾਂ ਬੋਲੀ ਦੇ ਕਈ ਰੂਪ ਹਨ, ਜਿਵੇਂ ਮਾਂ ਬੋਲੀ। ਜਨਮ ਤੋਂ ਬਾਅਦ ਬੱਚਾ ਜਿਹੜੀ ਬੋਲੀ ਆਪਣੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਕੋਲੋਂ ਸਿੱਖਦਾ ਹੈ, ਉਸਨੂੰ ਮਾਂ ਬੋਲੀ ਕਹਿੰਦੇ ਹਨ। ਮਾਂ ਬੋਲੀ 'ਤੇ ਜ਼ਿਆਦਾਤਰ ਇਲਾਕੇ ਦਾ ਪ੍ਰਭਾਵ ਹੁੰਦਾ ਹੈ। ਭਾਵ ਇਹ ਕਿ ਜਿਸ ਇਲਾਕੇ ਵਿੱਚ ਬੱਚੇ ਦਾ ਪਰਿਵਾਰ ਸ਼ੁਰੂ ਤੋਂ ਰਿਹਾ ਹੈ, ਉਹ ਹੀ ਉਸ ਦੀ ਮਾਂ ਬੋਲੀ ਬਣਦੀ ਹੈ। ਪੰਜਾਬ ਵਿੱਚ ਰਹਿਣ ਵਾਲੇ ਬੱਚਿਆਂ ਦੀ ਮਾਂ ਬੋਲੀ ਪੰਜਾਬੀ ਹੈ। ਦੂਜੇ ਨੰਬਰ 'ਤੇ ਰਾਜ ਭਾਸ਼ਾ। ਕਿਸੇ ਖਾਸ ਇਲਾਕੇ ਪ੍ਰਾਂਤ ਵਿੱਚ ਬੋਲੀ ਜਾਣ ਵਾਲੀ ਭਾਸ਼ਾ। ਹਰ ਪ੍ਰਾਂਤ ਜਾਂ ਇਲਾਕੇ ਦੀ ਆਪਣੀ ਵਿਸ਼ੇਸ਼ ਭਾਸ਼ਾ ਹੁੰਦੀ ਹੈ ਅਤੇ ਕਈ ਪ੍ਰਾਂਤਾਂ ਵਿੱਚ ਉਹਨਾਂ ਨੂੰ ਰਾਜ ਭਾਸ਼ਾ ਹੋਣ ਦਾ ਦਰਜਾ ਪ੍ਰਾਪਤ ਹੁੰਦਾ ਹੈ, ਅਰਥਾਤ ਉਸ ਪ੍ਰਾਂਤ ਜਾਂ ਇਲਾਕੇ ਵਿੱਚ ਸਾਰੇ ਸਰਕਾਰੀ ਕੰਮਕਾਜ ਉਸੇ ਭਾਸ਼ਾ ਵਿੱਚ ਹੁੰਦੇ ਹਨ। ਜਿਵੇਂ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਬੋਲੀ ਹੈ। ਨੰਬਰ 3, ਰਾਸ਼ਟਰੀ ਭਾਸ਼ਾ। ਕਿਸੇ ਵੀ ਦੇਸ਼ ਵਿੱਚ ਸਭ ਤੋਂ ਵੱਧ ਬੋਲੀ ਅਤੇ ਸਮਝੀ ਜਾਣ ਵਾਲੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਹਨ। ਹਰ ਦੇਸ਼ ਦੀ ਇੱਕ ਰਾਸ਼ਟਰ ਭਾਸ਼ਾ ਹੁੰਦੀ ਹੈ, ਜਿਹੜੇ ਸਾਰੇ ਦੇਸ਼ ਵਾਸੀਆਂ ਵਿੱਚ ਏਕਤਾ ਦੀ ਭਾਵਨਾ ਪੈਦਾ ਕਰਦੀ ਹੈ ਅਤੇ ਇੱਕ ਦੂਜੇ ਨੂੰ ਜਾਣਨ ਵਿੱਚ ਸਹਾਇਤਾ ਕਰਦੀ ਹੈ। ਦੇਸ਼ ਦੇ ਦਫ਼ਤਰਾਂ ਅਤੇ ਹੋਰ ਅਦਾਰਿਆਂ ਵਿੱਚ ਜ਼ਿਆਦਾਤਰ ਲਿਖਤੀ ਕੰਮ ਇਸੇ ਭਾਸ਼ਾ ਵਿੱਚ ਕੀਤਾ ਜਾਂਦਾ ਹੈ। ਸਾਡੇ ਭਾਰਤ ਦੀ ਰਾਸ਼ਟਰ ਭਾਸ਼ਾ ਹਿੰਦੀ ਹੈ, ਜਿਸ ਨੂੰ ਭਾਰਤੀ ਸੰਵਿਧਾਨ ਵਿੱਚ 14 ਸਤੰਬਰ 1949 ਨੂੰ ਰਾਸ਼ਟਰ ਭਾਸ਼ਾ ਹੋਣ ਦਾ ਦਰਜਾ ਮਿਲਿਆ ਸੀ। ਨੰਬਰ 4, ਅੰਤਰਰਾਸ਼ਟਰੀ ਭਾਸ਼ਾ। ਜਿਹੜੀ ਭਾਸ਼ਾ ਸੰਸਾਰ ਦੇ ਸਭ ਤੋਂ ਵੱਧ ਦੇਸ਼ਾਂ ਵਿੱਚ ਬੋਲੀ ਅਤੇ ਸਮਝੀ ਜਾਂਦੀ ਹੈ, ਉਸਨੂੰ ਅੰਤਰਰਾਸ਼ਟਰੀ ਭਾਸ਼ਾ ਕਹਿੰਦੇ ਹਨ। ਇਸ ਭਾਸ਼ਾ ਰਾਹੀਂ ਇੱਕ ਦੇਸ਼ ਦੇ ਲੋਕ ਦੂਸਰੇ ਦੇਸ਼ਾਂ ਦੇ ਲੋਕਾਂ ਨਾਲ ਜੁੜਦੇ ਹਨ। ਅੰਗਰੇਜ਼ੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਗਿਆ ਹੈ। ਅੱਗੇ ਵਧਦੇ ਹੋਏ, ਉਪਬੋਲੀ ਜਾਂ ਉਪਭਾਸ਼ਾ ਕੀ ਹੁੰਦੀ ਹੈ? ਕਿਸੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਭਾਸ਼ਾ ਦੇ ਉਸੇ ਇਲਾਕੇ ਵਿੱਚ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਰੂਪ ਦੇਖਣ ਨੂੰ ਮਿਲਦੇ ਹਨ। ਇਸ ਨੂੰ ਹੀ ਉਪਭਾਸ਼ਾ ਕਿਹਾ ਜਾਂਦਾ ਹੈ। ਪੰਜਾਬ ਦੀਆਂ ਉਪਭਾਸ਼ਾਵਾਂ ਹਨ ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਡੋਗਰੀ ਤੇ ਮੁਲਤਾਨੀ। ਇਹਨਾਂ ਦੀ ਵਿਸਤਾਰਪੂਰਵਕ ਜਾਣਕਾਰੀ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਸਾਂਝੀ ਕਰਾਂਗੇ। ਅੱਗੇ ਵਧਦੇ ਹੋਏ ਅਸੀਂ ਲਿਪੀ ਬਾਰੇ ਦੇਖੀਏ ਤਾਂ
ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਨਿਸ਼ਚਿਤ ਕੀਤੇ ਗਏ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਹਿੰਦੇ ਹਨ। ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਮੈਂ 3 ਵਾਕ ਬੋਲਦੀ ਹਾਂ। ਤੁਸੀਂ ਕਿੱਥੇ ਜਾ ਰਹੇ ਹੋ? ਆਪ ਕਹਾਂ ਜਾ ਰਹੇ ਹੋ? ਵੇਅਰ ਆਰ ਯੂ ਗੋਇੰਗ? ਇਹਨਾਂ ਤਿੰਨਾਂ ਦਾ ਅਰਥ ਇੱਕੋ ਹੀ ਹੈ, ਪਰ ਪਹਿਲਾ ਵਾਕ ਪੰਜਾਬੀ ਵਿੱਚ ਹੈ, ਦੂਜਾ ਵਾਕ ਹਿੰਦੀ ਵਿੱਚ ਹੈ ਤੇ ਤੀਜਾ ਵਾਕ ਅੰਗਰੇਜ਼ੀ ਵਿੱਚ ਹੈ। ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ, ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਉਸ ਲਿਪੀ ਵਿੱਚ ਹੀ ਉਹ ਭਾਸ਼ਾ ਪੂਰੀ ਤਰ੍ਹਾਂ ਸਫਲਤਾ ਨਾਲ ਲਿਖੀ ਜਾ ਸਕਦੀ ਹੈ। ਜੇਕਰ ਅਸੀਂ ਦੇਖੀਏ, ਪੰਜਾਬੀ ਨੂੰ ਖੱਬੇ ਤੋਂ ਸੱਜੇ ਲਿਖਿਆ ਜਾਂਦਾ ਹੈ ਤੇ ਉਰਦੂ ਭਾਸ਼ਾ ਨੂੰ ਸੱਜੇ ਤੋਂ ਖੱਬੇ ਲਿਖਿਆ ਜਾਂਦਾ ਹੈ। ਜਿਵੇਂ ਕਿ ਅਸੀਂ ਕਿਹਾ, ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਅੰਗਰੇਜ਼ੀ ਭਾਸ਼ਾ ਨੂੰ ਰੋਮਨ ਲਿਪੀ ਵਿੱਚ ਲਿਖਿਆ ਜਾਂਦਾ ਹੈ, ਸੰਸਕ੍ਰਿਤ ਤੇ ਹਿੰਦੀ ਭਾਸ਼ਾ ਨੂੰ ਦੇਵਨਾਗਰੀ ਲਿਪੀ ਵਿੱਚ, ਤੇ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਤੇ ਉਰਦੂ ਭਾਸ਼ਾ ਨੂੰ ਫਾਰਸੀ ਲਿਪੀ ਵਿੱਚ ਲਿਖਿਆ ਜਾਂਦਾ ਹੈ। ਅੱਗੇ ਵਧਦੇ ਹੋਏ ਅਸੀਂ ਵਿਆਕਰਨ ਬਾਰੇ ਦੇਖਦੇ ਹਾਂ। ਵਿਆਕਰਨ ਕੀ ਹੈ? ਕਿਸੇ ਬੋਲੀ ਨੂੰ ਸ਼ੁੱਧ ਰੂਪ ਵਿੱਚ ਪੜ੍ਹਨ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਹਿੰਦੇ ਹਨ। ਭਾਸ਼ਾ ਦੇ ਸ਼ੁੱਧ ਰੂਪ ਦਾ ਗਿਆਨ ਹੀ ਵਿਆਕਰਨ ਹੈ। ਵਿਆਕਰਨ ਦੇ ਅੰਗਾਂ ਬਾਰੇ ਗੱਲ ਕਰੀਏ ਤਾਂ ਇਹ 4 ਹਨ। ਵਿਆਕਰਨ ਦੇ ਅੰਗ ਹਨ ਅੱਖਰ ਜਾਂ ਵਰਨ ਬੋਧ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ। ਇਹਨਾਂ ਅੰਗਾਂ ਦੇ ਆਧਾਰ 'ਤੇ ਅਸੀਂ ਆਪਣੀ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਅਗਲੀ ਵੀਡੀਓ ਵਿੱਚ ਸਾਂਝੀ ਕਰਾਂਗੇ। ਵੀਡੀਓ ਦੇ ਅੰਤ ਵਿੱਚ ਅਸੀਂ ਸਾਡੇ ਭਾਰਤ ਦੀਆਂ ਉਹਨਾਂ ਭਾਸ਼ਾਵਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਸੰਵਿਧਾਨ ਵੱਲੋਂ ਮਾਨਤਾ ਪ੍ਰਾਪਤ ਹੈ। ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਇਹ ਹਨ ਪੰਜਾਬੀ, ਗੁਜਰਾਤੀ, ਉਰਦੂ, ਅਸਮੀਆ, ਸਿੰਧੀ, ਮਲਿਆਲਮ, ਹਿੰਦੀ, ਮਰਾਠੀ, ਤਾਮਿਲ, ਕੰਨੜ, ਬੰਗਾਲੀ, ਕਸ਼ਮੀਰੀ, ਉੜੀਆ, ਤੇਲਗੂ, ਸੰਸਕ੍ਰਿਤ, ਮਨੀਪੁਰੀ, ਕੋਂਕਣੀ, ਨੇਪਾਲੀ, ਡੋਗਰੀ, ਮੈਥਲੀ, ਬੋੜੋ ਤੇ ਸੰਥਾਲੀ। ਇਸ ਵਿੱਚ ਮਨੀਪੁਰੀ, ਕੋਂਕਣੀ ਤੇ ਨੇਪਾਲੀ ਨੂੰ 1992 ਵਿੱਚ ਐਡ ਕੀਤਾ ਗਿਆ। ਡੋਗਰੀ, ਮੈਥਲੀ, ਬੋੜੋ ਤੇ ਸੰਥਾਲੀ ਨੂੰ 2003 ਵਿੱਚ ਐਡ ਕੀਤਾ ਗਿਆ। ਦੋਸਤੋ, ਇਹ ਸੀ ਭਾਸ਼ਾ ਜਾਂ ਬੋਲੀ ਬਾਰੇ ਜਾਣਕਾਰੀ। ਅਸੀਂ ਜਲਦੀ ਹੀ ਆਪਣੀ ਨਵੀਂ ਵੀਡੀਓ ਪੰਜਾਬੀ ਦੀ ਮੁੱਢਲੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ, ਕਮੈਂਟ ਤੇ ਸ਼ੇਅਰ ਕਰੋ ਤੇ ਅਗਲੀ ਵੀਡੀਓ ਵਾਸਤੇ ਸਬਸਕ੍ਰਾਈਬ ਦਾ ਬਟਨ ਦਬਾਓ। ਧੰਨਵਾਦ।